ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਖਾਲਸਾ ਸਾਧ ਸੰਗਤ। ਆਪ ਜੀ ਜਾਣਦੇ ਹੋ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ 1604 ਈਸਵੀ 1 ਭਾਦੋਂ ਸੁਦੀ ਨੂੰ ਜੋ ਸਤਿਗੁਰੂ ਮਹਾਰਾਜ ਜੀ ਨੇ ਪ੍ਰਕਾਸ਼ ਕੀਤਾ, ਉਸ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਪਰਸੋਂ ਦਿਨ ਤੋਂ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਅਤੇ ਇਸ ਸਮੇਂ ਭੋਗ ਪਾਏ ਗਏ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਜੀਵਨ ਅੰਦਰ 4 ਉਦਾਸੀਆਂ ਕੀਤੀਆਂ ਹਨ। ਸਤਿਗੁਰੂ ਮਹਾਰਾਜ ਜੀ ਨੇ ਜਿੱਥੇ ਵੀ ਜਾ ਕਰਕੇ ਅੰਮ੍ਰਿਤ ਬਾਣੀ ਦਾ ਉਪਦੇਸ਼ ਬਖਸ਼ਿਆ, ਉੱਥੇ ਸਤਿਗੁਰੂ ਮਹਾਰਾਜ ਜੀ ਉਸ ਉਚਾਰਨ ਕੀਤੀ ਹੋਈ ਬਾਣੀ ਨੂੰ ਇੱਕ ਪੋਥੀ ਵਿੱਚ ਲਿਖਿਆ ਕਰਦੇ ਸਨ। ਇਸ ਤਰ੍ਹਾਂ ਮਹਾਰਾਜ ਜੀ ਨੇ ਜਿੰਨੀ ਵੀ ਬਾਣੀ ਉਚਾਰਨ ਕੀਤੀ ਸਾਧ ਸੰਗਤ, ਔਰ ਜਿੱਥੇ ਗਏ ਭਗਤਾਂ ਨੂੰ ਮਿਲੇ, ਉਹ ਬਾਣੀ ਵੀ ਪੋਥੀ ਵਿੱਚ ਲਿਖਣਾ ਕੀਤੀ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਗੁਰਤਾ ਗੱਦੀ ਦੇ ਤਖਤ ਤੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਿਰਾਜਮਾਨ ਕੀਤਾ। ਜਿੱਥੇ ਭੱਟ ਸਾਹਿਬਾਨਾਂ ਨੇ ਬਚਨ ਕੀਤੇ ਹਨ, ਗੁਰੂ ਨਾਨਕ ਨਿਕਟ ਵਸੈ ਬਨਵਾਰੀ, ਤੈਨ ਲਹਿਣਾ ਥਾਪ ਜੋਤ ਜਗ ਧਾਰੀ। ਲਹਿਣੈ ਪੰਥ ਧਰਮ ਕਾ ਕੀਆ। ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਉਸੇ ਤਰ੍ਹਾਂ ਹੀ ਸਿੱਖ ਪੰਥ ਦੀ ਜੋ ਅੱਗੇ ਚਾਲ ਕਰਨੀ ਹੈ, ਜੋਤ 오ਹਾ ਜੁਗਤ ਸੋਏ ਸਹਿ ਕਾਇਆ ਫੇਰ ਪਲਟੀ ਹੈ। ਉਹਨਾਂ ਲਕੀਰਾਂ ਤੇ ਉਹਨਾਂ ਹੁਕਮਾਂ ਅਨੁਸਾਰ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਅੱਗੇ ਸਿੱਖਾਂ ਨੂੰ ਚਲਾਉਣਾ ਕੀਤਾ, ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਦਿੱਤਾ। ਪਹਿਲਾਂ ਤਾਂ ਕਾਲ ਖਾਏ ਕਿਛ ਹੱਥੋ ਦੇ, ਨਾਨਕ ਰਾਹੋ ਪਛਾਣਹਿ ਸੀ। ਆਪਣੀ ਹੱਕ ਸੱਚ ਦੀ ਕਿਰਤ ਕਰਨੀ। ਫਿਰ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਗ੍ਰਸਤੀ ਹੋ ਕਰਕੇ ਪਰਿਵਾਰ ਵਿੱਚ ਰਹਿਣਾ, ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਦਾ ਨਾਮ ਜਪਣਾ, ਗੁਰਬਾਣੀ ਪੜ੍ਹਨੀ, ਗੁਰਬਾਣੀ ਦੀ ਵਿਚਾਰ ਕਰਨੀ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਆਪਣੇ ਜੀਵਨ ਅੰਦਰ ਗੁਰਬਾਣੀ ਨੂੰ ਢਾਲਣਾ, ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ। ਪਰਮੇਸ਼ਰ ਦਾ ਭਾਣਾ ਮਿੱਠਾ ਕਰਕੇ ਮੰਨਣਾ, ਆਪੇ ਬੀਜ ਆਪੇ ਹੀ ਖਾਹੋ। ਆਪਣੇ ਜੀਵਨ ਅੰਦਰ ਉਹ ਕਰਮ ਕਰਨੇ ਜਿਨ੍ਹਾਂ ਕਰਕੇ ਲੋਕ ਅਤੇ ਪਰਲੋਕ ਸੁਖੀ ਹੋ ਜਾਵੇ। ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਹੋਰ ਬਾਣੀ ਵੀ ਜੋ ਨਹੀਂ ਲਿਖੀ ਸੀ, ਇਕੱਤਰ ਕੀਤੀ, ਔਰ ਇਸੇ ਤਰ੍ਹਾਂ ਹੀ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਹ ਬਾਣੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਦੋਂ ਗੁਰਤਾ ਗੱਦੀ ਦਾ ਤਖਤ ਦੇਣਾ ਕੀਤਾ, ਉਹ ਪੋਥੀ ਦੇ ਰੂਪ ਵਿੱਚ ਦੇਣਾ ਕੀਤੀ। ਇਸ ਤਰ੍ਹਾਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਆਪਣੇ ਤੇ ਧੁਰ ਕੀ ਬਾਣੀ ਉਤਰੀ, ਕਿਉਂਕਿ ਇਹ ਬਾਣੀ ਕੋਈ ਆਮ ਸ਼ਬਦ ਨਹੀਂ ਹਨ, ਇਹ ਧੁਰੋਂ ਦਰਗਾਹੋਂ ਸੱਚਖੰਡ ਵਿੱਚੋਂ
ਜੋ ਵਾਹਿਗੁਰੂ ਦਾ ਹੁਕਮ ਹੈ, ਜੋ ਵਾਹਿਗੁਰੂ ਦੇ ਬੋਲ ਨੇ, ਉਹ ਸਾਡੇ ਅੰਦਰ ਸਤਿਗੁਰੂ ਜੀ ਨੇ ਸ਼ਬਦਾਂ ਦੇ ਰੂਪ ਵਿੱਚ ਦੇਸ਼ ਭਾਸ਼ਾ ਦੇ ਵਿੱਚ ਪ੍ਰਗਟ ਕਰਕੇ ਦਿੱਤੇ। ਸਾਨੂੰ ਸਿੱਖਾਂ ਨੂੰ ਕਿੰਨਾ ਮਾਣ ਪ੍ਰਾਪਤ ਹੋਇਆ ਹੈ। ਜਿੱਥੇ ਮਹਾਰਾਜ ਜੀ ਨੇ ਸਾਨੂੰ ਗੁਰਮੁਖੀ ਬਖਸ਼ੀ ਹੈ, ਉੱਥੇ ਗੁਰਮੁਖੀ ਵਿੱਚ ਹੀ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਬਾਣੀ ਬਖਸ਼ੀ। ਨਹੀਂ ਤਾਂ ਹੋਰ ਕਿੰਨੀਆਂ ਭਾਸ਼ਾਵਾਂ ਨੇ, ਹਿੰਦੀ, ਅੰਗਰੇਜ਼ੀ ਹੈ, ਪਾਰਸੀ ਹੈ, ਸੰਸਕ੍ਰਿਤ ਹੈ, ਬ੍ਰਿਜ ਭਾਸ਼ਾ ਹੈ, ਪਰ ਸਤਿਗੁਰੂ ਮਹਾਰਾਜ ਜੀ ਨੇ ਗੁਰਮੁਖੀ ਨੂੰ ਚੁਣਿਆ। 35 ਅੱਖਰਾਂ ਦਾ ਇੱਕ ਲੜੀ ਬਣਾ ਕਰਕੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੋ ਇਹ ਕਾਰਜ ਕੀਤਾ। ਸਤਿਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾਉਣ ਲੱਗੇ, ਉਸ ਸਮੇਂ ਜਿੰਨੀ ਬਾਣੀ ਸੀ ਸਾਧ ਸੰਗਤ, ਆਪਣੇ ਸੁਪੁੱਤਰ ਬਾਬਾ ਮੋਹਨ ਜੀ ਦੇ ਤਾਈਂ ਉਹ ਪੋਥੀਆਂ ਦੇਣਾ ਕੀਤੀਆਂ। ਉਹ ਬਾਣੀ ਬਾਬਾ ਮੋਹਨ ਜੀ ਨੂੰ ਸੌਂਪੀ ਔਰ ਇਹ ਬਚਨ ਕੀਤਾ ਕਿ ਜਦੋਂ ਹੁਕਮ ਹੋਵੇਗਾ ਅਸੀਂ ਆਪ ਆ ਕਰਕੇ ਸਰੂਪ ਦੇ ਵਿੱਚ ਲੈ ਜਾਵਾਂਗੇ। ਸੋ ਸਤਿਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤਖਤ ਤੇ ਬਿਰਾਜਮਾਨ ਹੋਏ। ਜੋ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ, ਉਹ ਵੀ ਪੋਥੀਆਂ ਵਿੱਚ ਲਿਖੀ ਹੋਈ ਸੀ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਬਾਣੀ ਉਚਾਰਨ ਕੀਤੀ, ਉਹ ਵੀ ਪੋਥੀਆਂ ਵਿੱਚ ਲਿਖੀ ਗਈ ਸੀ। ਸਮਾਂ ਆਇਆ, ਜਿਹੜਾ ਬਾਬਾ ਪ੍ਰਿਥੀ ਚੰਦ ਸੀ, ਇਹਦਾ ਪੁੱਤਰ ਸੀ ਮਿਹਰਵਾਨ। ਜਿਹੜਾ ਮਿਹਰਵਾਨ ਸੀ, ਇਹਨੇ ਕਵਿਤਾ ਕਰਨੀ ਸਿੱਖ ਲਈ। ਆਪਣੇ ਵੱਲੋਂ ਕਵਿਤਾ ਕਰਕੇ ਉਹਦੇ ਵਿੱਚ ਨਾਨਕ ਸ਼ਬਦ ਲਿਖ ਦਿਆ ਕਰੇ ਵੀ ਭੁਲੇਖਾ ਪਾਉਣ ਵਾਸਤੇ। ਇਸ ਤਰ੍ਹਾਂ ਇੱਕ ਸਮੇਂ ਸਤਿਗੁਰੂ ਮਹਾਰਾਜ ਜੀ ਦੇ ਦੀਵਾਨ ਵਿੱਚ ਕਿਸੇ ਸਿੱਖ ਨੇ ਉਹ ਮਿਹਰਵਾਨ ਦਾ ਜਿਹੜਾ ਕਵਿਤਾ ਵਿੱਚ ਲਿਖਿਆ ਸ਼ਬਦ ਸੀ, ਉਹ ਕਿਤੇ ਗਾ ਦਿੱਤਾ। ਸਤਿਗੁਰੂ ਮਹਾਰਾਜ ਜੀ ਜੋ ਰੱਬੀ ਨੂਰ ਨੇ, ਪਰਮਾਤਮਾ ਦੇ ਰੂਪ ਨੇ, ਸਤਿਗੁਰੂ ਜੀ ਤਾਂ ਜਾਣਦੇ ਨੇ, ਕਿਉਂਕਿ ਜਿਹੜੇ ਆਤਮਾ ਦੇ ਪਦ ਹੁੰਦੇ ਨੇ, ਆਤਮਾ ਦੀ ਵਿਚਾਰ ਉਹ ਉਹੀ ਜਾਣ ਸਕਦਾ ਜੋ ਪਰਮਾਤਮਾ ਨਾਲ ਮਿਲਿਆ ਹੋਵੇ। ਆਮ ਮਨੁੱਖ ਨਹੀਂ ਜਾਣ ਸਕਦਾ। ਸੋ ਸਤਿਗੁਰੂ ਮਹਾਰਾਜ ਜੀ ਨੇ ਦੇਖਿਆ ਵੀ ਇਹ ਕੱਚੀ ਬਾਣੀ ਹੈ। ਪੁੱਛਿਆ ਤਾਂ ਉਸ ਸਮੇਂ ਉਸ ਸਿੱਖ ਨੇ ਦੱਸਿਆ, ਮਹਾਰਾਜ ਜੀ ਜੋ ਪ੍ਰਿਥੀ ਚੰਦ ਦਾ ਲੜਕਾ ਮਿਹਰਵਾਨ ਹੈ, ਉਸ ਨੇ ਇਹ ਸ਼ਬਦ ਉਚਾਰਨ ਕੀਤੇ। ਮਹਾਰਾਜ ਕਹਿੰਦੇ ਭਾਈ ਇਹਦੇ ਵਿੱਚ ਤਾਂ ਨਾਨਕ ਸ਼ਬਦ ਲਿਖੀ ਹੈ, ਭੁਲੇਖਾ ਪਾਈ ਜਾਂਦੇ। ਤਾਂ ਉਸ ਸਮੇਂ ਸਤਿਗੁਰਾਂ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਉਹਨਾਂ ਨੂੰ ਕੋਲ ਸੱਦ ਕੇ ਸਲਾਹ ਕੀਤੀ ਵੀ ਸਾਨੂੰ ਜਿੰਨੀ ਵੀ ਸਤਿਗੁਰਾਂ ਦੀ ਬਾਣੀ ਹੈ ਇੱਕ ਥਾਂ ਤੇ ਇਕੱਤਰ ਕਰਨੀ ਚਾਹੀਦੀ। ਪਹਿਲਾਂ ਸਲਾਹ ਹੋਈ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਦੀਆਂ ਪੋਥੀਆਂ ਬਾਬਾ ਮੋਹਨ ਜੀ ਦੇ ਕੋਲ ਹਨ, ਉਹ ਲਿਆਂਦੀਆਂ ਜਾਣ। ਸਭ ਤੋਂ ਪਹਿਲਾ ਕਾਰਜ ਇਹ ਸੀ, ਜਿਸ ਵਾਸਤੇ ਸਾਧ ਸੰਗਤ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਗਏ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਜੋ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰਿਸ਼ਤੇਦਾਰੀ ਵਿੱਚ ਮਾਮਾ ਜੀ ਲੱਗਦੇ ਨੇ। ਗੋਇੰਦਵਾਲ ਸਾਹਿਬ ਦੇ ਵਸਨੀਕ ਹੀ ਨੇ ਨਾ। ਤਾਂ ਉਸ ਸਮੇਂ ਗਏ ਨੇ ਬਾਬਾ ਮੋਹਨ ਜੀ, ਜਿੱਥੇ ਹੁਣ ਚੁਬਾਰਾ ਸਾਹਿਬ ਗੁਰਦੁਆਰਾ ਹੈ, ਉੱਥੇ ਚੁਬਾਰੇ ਦੇ ਵਿੱਚ ਬਿਰਾਜਮਾਨ ਨੇ। ਤਾਂ ਉਸ ਸਮੇਂ ਸਾਧ ਸੰਗਤ ਚੁਬਾਰੇ ਦੇ ਵਿੱਚ ਜੋ ਦਰਵਾਜ਼ਾ ਲੱਗਿਆ ਹੋਇਆ ਹੈ, ਤੇ ਭਾਈ ਗੁਰਦਾਸ ਜੀ ਨੇ ਬੌਲੀ ਸਾਹਿਬ ਤੇ ਇਸ਼ਨਾਨ ਕਰਕੇ ਤੇ ਉੱਥੇ ਪਹੁੰਚੇ ਨੇ। ਦਰਵਾਜ਼ਾ ਖੜਕਾਇਆ, ਹਾਕਾਂ ਮਾਰੀਆਂ, ਤੇ ਪਰ ਬਾਬਾ ਮੋਹਨ ਜੀ ਨੇ ਕੋਈ ਅੱਗੋਂ ਅੰਦਰੋਂ ਜਵਾਬ ਨਾ ਦਿੱਤਾ। ਇਸ ਤਰ੍ਹਾਂ ਸਾਰੀ ਰਾਤ ਬੇਨਤੀਆਂ ਕਰਦੇ ਰਹੇ। ਫਿਰ ਮਨ ਵਿੱਚ ਵਿਚਾਰ ਕੀਤੀ ਕਿ ਸਤਿਗੁਰੂ ਜੀ ਨੂੰ ਦੱਸਣਾ ਚਾਹੀਦਾ ਹੈ। ਵਾਪਸ ਆ ਕਰਕੇ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਜੀ ਮੈਂ ਸਾਰੀ ਰਾਤ ਬਾਬਾ ਮੋਹਨ ਜੀ ਨੂੰ ਆਵਾਜ਼ ਮਾਰ ਕੇ ਸੱਦਣਾ ਕੀਤਾ, ਬੇਨਤੀਆਂ ਕੀਤੀਆਂ, ਪਰ ਉਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਤਾਂ ਉਸ ਸਮੇਂ ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਜੀ ਜੇ ਤੁਸੀਂ ਮੈਨੂੰ ਆਗਿਆ ਕਰੋ ਤਾਂ ਮੈਂ ਚਲੇ ਜਾਣਾ। ਸੋ ਫਿਰ ਸਾਧ ਸੰਗਤ ਬਾਬਾ ਬੁੱਢਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਆਏ। ਸਵਾ ਕੁ ਪਹਿਰ ਰਹਿੰਦਾ ਸੀ ਦਿਨ। ਉਸ ਸਮੇਂ ਸ੍ਰੀ ਬੌਲੀ ਸਾਹਿਬ ਤੇ ਇਸ਼ਨਾਨ ਕਰਕੇ ਬਾਬਾ ਬੁੱਢਾ ਜੀ ਨੇ, ਜਿੱਥੇ ਬਾਬਾ ਮੋਹਨ ਜੀ ਦਾ ਚੁਬਾਰਾ ਸੀ, ਉੱਥੇ ਚਲੇ ਗਏ ਔਰ ਜਾ ਕਰਕੇ ਦਰਵਾਜ਼ਾ ਖੜਕਾਉਣਾ ਕੀਤਾ।
ਕਈ ਤਰ੍ਹਾਂ ਯਤਨ ਕੀਤੇ, ਪਰ ਬਾਬਾ ਮੋਹਨ ਜੀ ਨੇ ਕੋਈ ਜਵਾਬ ਨਾ ਦਿੱਤਾ। ਬਾਬਾ ਬੁੱਢਾ ਜੀ ਨੇ ਉਸ ਸਮੇਂ ਸਾਧ ਸੰਗਤ ਕਿੱਲਾਂ ਤੋੜ ਕਰਕੇ ਇੱਟਾਂ ਕੱਢ ਲੈਣਾ ਕੀਤੀਆਂ, ਇੱਕ ਮੋਹਰਾ ਬਣਾ ਕਰਕੇ ਅੰਦਰ ਚਲੇ ਗਏ। ਦੇਖਿਆ ਕਿ ਜਿਹੜੇ ਬਾਬਾ ਮੋਹਨ ਜੀ ਨੇ ਇੱਕ ਸਮਾਧੀ ਵਿੱਚ ਚੌਂਕੜਾ ਮਾਰ ਕੇ ਬੈਠੇ ਨੇ, ਅੱਖਾਂ ਬੰਦ ਨੇ, ਜਿਵੇਂ ਕੋਈ ਬਿਲਕੁਲ ਯੋਗ ਸਮਾਧੀ ਵਿੱਚ ਇੱਕ ਟਕ ਬੈਠਾ ਰਹਿੰਦਾ ਹੈ। ਬਾਬਾ ਜੀ ਨੇ ਹਿਲਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਧਰ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਦੂਜੇ ਸੁਪੁੱਤਰ, ਪਹਿਲੇ ਸੁਪੁੱਤਰ ਨੇ ਬਾਬਾ ਮੋਹਨ ਜੀ, ਦੂਜੇ ਸੁਪੁੱਤਰ ਨੇ ਬਾਬਾ ਮੋਹਰੀ ਜੀ। ਉਹਨਾਂ ਨੂੰ ਪਤਾ ਲੱਗਿਆ, ਬਾਬਾ ਮੋਹਰੀ ਜੀ ਦੌੜੇ ਆਏ ਔਰ ਛੇਤੀ ਦੇ ਨਾਲ ਅੰਦਰ ਜਾ ਕਰਕੇ ਬਾਬਾ ਬੁੱਢਾ ਜੀ ਨੂੰ ਰੋਕਣਾ ਕੀਤਾ। ਬਾਬਾ ਜੀ, ਤੁਸੀਂ ਇਹਨਾਂ ਨੂੰ ਹਿਲਾਓ ਨਾ, ਇਹਨਾਂ ਦਾ ਸੁਭਾਅ ਮਸਤ ਹੈ। ਜੇ ਇਹਨਾਂ ਨੇ ਆਪਣੇ ਨੇਤਰ ਖੋਲ ਲਏ, ਇਹਨਾਂ ਨੇ ਨਹੀਂ ਦੇਖਣਾ ਵੱਡਾ ਖੜਾ ਕਿ ਛੋਟਾ ਖੜਾ, ਇਹਨਾਂ ਨੇ ਮੁਖੋਂ ਕੋਈ ਨਾ ਕੋਈ ਬਚਨ ਉਚਾਰ ਦੇਣਾ, ਔਰ ਇਹ ਗੁੱਸੇ ਵਿੱਚ ਆ ਕੇ ਸ਼ਰਾਪ ਦੇ ਬਚਨ ਵੀ ਛੇਤੀ ਉਚਾਰ ਦਿੰਦੇ ਨੇ। ਇਸ ਲਈ ਬੇਨਤੀ ਹੈ ਕਿ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਸਮਾਧੀ ਵਿੱਚੋਂ ਉਥਾਨ ਨਾ ਕਰੋ, ਇਹਨਾਂ ਦੀ ਸਮਾਧੀ ਨਾ ਖੋਲੋ। ਤਾਂ ਉਸ ਸਮੇਂ ਬਾਬਾ ਬੁੱਢਾ ਜੀ ਬਾਬਾ ਮੋਹਰੀ ਜੀ ਦੇ ਸਮਝਾਉਣ ਤੇ ਕਹਿਣ ਤੇ ਸਾਧ ਸੰਗਤ ਗੋਇੰਦਵਾਲ ਸਾਹਿਬ ਤੋਂ ਵਾਪਸ ਅੰਮ੍ਰਿਤਸਰ ਸਾਹਿਬ ਵਿਖੇ ਆਏ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਾਰਾ ਕੁਝ ਦੱਸਿਆ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਪੋਥੀਆਂ ਲਿਆਉਣ ਵਾਸਤੇ ਆਪ ਤਿਆਰੀ ਕੀਤੀ। ਕਿਹਾ, ਭਾਈ ਅਸੀਂ ਆਪ ਚੱਲਦੇ ਹਾਂ। ਇੱਕ ਪਾਲਕੀ ਸਾਹਿਬ ਲਈ ਕੋਈ ਸਿੱਖਾਂ ਨੂੰ ਨਾਲ ਲਿਆ। ਸਤਿਗੁਰੂ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਆਏ ਔਰ ਬੌਲੀ ਸਾਹਿਬ ਤੇ ਇਸ਼ਨਾਨ ਕਰਕੇ ਮਹਾਰਾਜ ਜੀ ਨੇ ਪਾਸੇ ਬੈਠ ਕੇ ਸ੍ਰੀ ਜਪ ਸਾਹਿਬ ਬਾਣੀ ਦਾ ਪਾਠ ਕੀਤਾ। ਉੱਥੇ ਲਿਖਿਆ ਹੈ ਕਿ ਸਮਾਧੀ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਔਰ ਕਿਹਾ ਕਿ ਤੁਹਾਡਾ ਕਾਰਜ ਹੋ ਜਾਵੇਗਾ, ਪਰ ਤੁਹਾਨੂੰ ਕੁਝ ਗੁੱਸੇ ਵਾਲੇ ਕੌੜੇ ਬਚਨ ਸਹਾਰਨੇ ਪੈਣੇ ਨੇ। ਤਾਂ ਉਸ ਸਮੇਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ, ਜਿੱਥੇ ਬਾਬਾ ਬੁੱਢਾ ਜੀ ਬਾਬਾ ਮੋਹਨ ਜੀ ਦਾ ਚੁਬਾਰਾ ਸੀ ਸਾਧ ਸੰਗਤ, ਉੱਥੇ ਆ ਗਏ ਔਰ ਹੇਠਾਂ ਆ ਕੇ ਬੈਠ ਜਾਣਾ ਕੀਤਾ। ਜਿਹੜੇ ਨਾਲ ਸਿੱਖ ਸਨ ਉਹਨਾਂ ਨੇ ਗੁਰੂ ਮਹਾਰਾਜ ਜੀ ਦੇ ਹੇਠਾਂ ਵਿਛਾਈ ਵਿਛਾਉਣ ਵਾਸਤੇ ਯਤਨ ਕੀਤਾ, ਮਹਾਰਾਜ ਥੱਲੇ ਕੁਝ ਵਿਛਾ ਦਿੰਦੇ, ਪਰ ਮਹਾਰਾਜ ਕਹਿੰਦੇ ਭਾਈ ਨਹੀਂ, ਅਸੀਂ ਜ਼ਮੀਨ ਤੇ ਹੀ ਬੈਠਣਾ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਧਰਤੀ ਤੇ ਹੇਠਾਂ ਹੀ ਬੈਠ ਗਏ, ਹੱਥ ਵਿੱਚ ਤੰਬੂਰਾ ਲਿਆ ਔਰ ਗੌੜੀ ਰਾਗ ਅੰਦਰ ਸ਼ਬਦ ਹੁੰਦਾ ਹੈ, ਮੋਹਨ ਤੇਰੇ ਉੱਚੇ ਮੰਦਰ ਸੋਹਣ ਅਪਾਰਾ, ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦਵਾਰ ਜੀ ਸੱਚ ਧਰਮਸ਼ਾਲਾ। ਤੇ ਇਹ ਸ਼ਬਦ ਸਾਧ ਸੰਗਤ ਉਚਾਰਨ ਕੀਤਾ। ਸ਼ਬਦ ਦਾ ਪਹਿਲਾ ਪਦਾ ਗਾਇਆ। ਬਾਬਾ ਮੋਹਨ ਜੀ ਦੀ ਜਿਹੜੀ ਸਮਾਧੀ ਬਾਬਾ ਬੁੱਢਾ ਜੀ ਦੇ ਕਈ ਤਰ੍ਹਾਂ ਯਤਨ ਕਰਨ ਦੇ ਨਾਲ, ਹਿਲਾਉਣ ਦੇ ਨਾਲ, ਬਾਬਾ ਬੁੱਢਾ ਜੀ ਨੇ ਕਈ ਤਰ੍ਹਾਂ ਬੇਨਤੀਆਂ ਕੀਤੀਆਂ ਸਨ, ਖੁੱਲੀ ਨਹੀਂ ਸੀ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਹਿਲੇ ਸ਼ਬਦ ਗਾਉਂਦਿਆਂ ਹੀ ਬਾਬਾ ਮੋਹਨ ਜੀ ਦੀ ਸਮਾਧੀ ਖੁੱਲ ਗਈ। ਜਦੋਂ ਬਾਹਰ ਦੇਖਿਆ ਵੀ ਥੱਲੋਂ ਆਵਾਜ਼ ਆ ਰਹੀ ਹੈ, ਇੱਕ ਟਾਕੀ ਖੋਲ ਕੇ ਦੇਖਿਆ ਤੇ ਉਸ ਸਮੇਂ ਦੇਖਿਆ ਵੀ ਇਹ ਤਾਂ ਮੇਰਾ ਭਾਣਜਾ ਹੀ ਹੈ। ਜਾਣਦੇ ਸਨ ਪਰਿਵਾਰ ਨੂੰ, ਤਾਂ ਉੱਪਰੋਂ ਕੌੜੇ ਬਚਨ ਬੋਲੇ ਸਾਧ ਸੰਗਤ। ਵਿਦਵਾਨਾਂ ਨੇ ਉਹਨਾਂ ਬਚਨਾਂ ਦੇ ਦੋ ਅਰਥ ਕੀਤੇ ਨੇ, ਉਸਤਤ ਵੀ ਤੇ ਨਿੰਦਿਆ ਵੀ। ਸੋ ਉਹਨਾਂ ਬਚਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਸਹਾਰਨਾ ਕੀਤਾ ਔਰ ਸ਼ਬਦ ਦਾ ਦੂਜਾ ਪਦਾ ਉਚਾਰਨ ਕੀਤਾ। ਬਾਬਾ ਮੋਹਨ ਜੀ ਦੇ ਅੰਦਰ ਥੋੜੀ ਹੰਗਤਾ ਸੀ, ਆਪਣਾ ਨਾਮ ਸੁਣ ਕੇ ਥੋੜੇ ਖੁਸ਼ ਹੋ ਗਏ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਅਕਾਲ ਪੁਰਖ ਪ੍ਰਮਾਤਮਾ ਦੇ ਸਨਮੁਖ ਹੋ ਕਰਕੇ ਸ਼ਬਦ ਉਚਾਰਨ ਕਰ ਰਹੇ ਸਨ, ਪਰ ਬਾਬਾ ਮੋਹਨ ਜੀ ਨੇ ਸਮਝਿਆ ਮੈਨੂੰ ਕਹਿ ਰਹੇ ਨੇ। ਖੁਸ਼ ਹੋ ਕਰਕੇ ਥੱਲੇ ਆਏ ਔਰ ਬੇਨਤੀ ਕੀਤੀ, ਮਹਾਰਾਜ ਜੀ ਮੈਂ ਪੋਥੀਆਂ ਤੁਹਾਨੂੰ ਦੇਵਾਂਗਾ। ਤੁਹਾਡੇ ਵਿੱਚ ਮੈਂ ਉਹੀ ਸਰੂਪ ਦੇਖਿਆ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਜੀ, ਸਤਿਗੁਰੂ ਅਮਰਦਾਸ ਮਹਾਰਾਜ। ਤੁਸੀਂ ਇੰਨੀ ਸ਼ਾਂਤੀ ਰੱਖੀ, ਗਿਆਨ ਵਿੱਚ ਟਿਕੇ ਰਹੇ, ਤੁਹਾਡੇ ਅੰਦਰ ਕੋਈ ਮੇਰੇ ਬਚਨ ਸੁਣ ਕਰਕੇ ਘਿਰਣਾ ਨਹੀਂ ਆਈ, ਚੁੱਪ ਨਹੀਂ ਕੀਤੇ। ਤਾਂ ਉਸ ਸਮੇਂ ਸਤਿਗੁਰਾਂ ਦੇ ਅੱਗੇ ਬੇਨਤੀਆਂ ਕੀਤੀਆਂ। ਬਾਬਾ ਮੋਹਨ ਜੀ ਨੇ ਚਰਨੀ ਹੱਥ ਲਾਉਣੇ ਚਾਹੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਬਾਬਾ ਜੀ ਤੁਸੀਂ ਰਿਸ਼ਤੇਦਾਰੀ ਵਿੱਚ ਸਾਡੇ ਮਾਮਾ ਜੀ ਲੱਗਦੇ ਹੋ, ਸਾਡੇ ਚਰਨੀ ਹੱਥ ਨਾ ਲਾਓ। ਬਾਬਾ ਮੋਹਨ ਜੀ ਕਹਿਣ ਲੱਗੇ, ਮਹਾਰਾਜ ਜੀ ਇਸ ਦਾ ਵੀ ਕਾਰਨ ਹੈ, ਕਿਉਂਕਿ ਜਦੋਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਆ, ਉਸ ਸਮੇਂ ਮੈਨੂੰ ਕਿਹਾ ਸੀ ਕਿ ਤੁਸੀਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨੀ ਲੱਗੋ, ਪਰ ਮੈਂ ਝੁਕਿਆ ਨਹੀਂ ਸੀ।
ਮੈਂ ਗੁਰੂ ਪਾਤਸ਼ਾਹ ਪਿਤਾ ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਨਹੀਂ ਮੰਨਿਆ, ਤਾਂ ਉਹਨਾਂ ਨੇ ਬਚਨ ਕੀਤਾ ਵੀ ਤੈਨੂੰ ਅਫਰੇਮਾ ਹੋ ਜਾਏਗਾ। ਉਸ ਸਮੇਂ ਤੋਂ ਜੋ ਮੈਨੂੰ ਅਫਰੇਮਾ ਹੋ ਗਿਆ ਹੈ, ਮੇਰਾ ਅੰਦਰ ਜਲਦਾ ਰਹਿੰਦਾ ਹੈ, ਮਨ ਟਿਕਦਾ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਮੈਨੂੰ ਪਿਤਾ ਸਤਿਗੁਰਾਂ ਨੇ ਸਮਾਧੀ ਵਿੱਚ ਦਰਸ਼ਨ ਦਿੱਤੇ ਔਰ ਬਚਨ ਕੀਤਾ ਕਿ ਪੰਜਵੇਂ ਸਰੂਪ ਵਿੱਚ ਪੋਥੀਆਂ ਲੈਣ ਵਾਸਤੇ ਆਵਾਂਗੇ, ਉਸ ਸਮੇਂ ਚਰਨੀ ਲੱਗਿਓ, ਫਿਰ ਤੁਹਾਡਾ ਅਫਰੇਮਾ ਠੀਕ ਹੋ ਜਾਏਗਾ। ਸੋ ਬਾਬਾ ਮੋਹਨ ਜੀ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਚਰਨਾਂ ਤੇ ਨਮਸਕਾਰ ਕੀਤੀ ਤੇ ਉਹਨਾਂ ਦਾ ਜਿਹੜਾ ਉਹ ਰੋਗ ਸੀ ਦੂਰ ਹੋ ਗਿਆ। ਇਸ ਤਰ੍ਹਾਂ ਸਾਧ ਸੰਗਤ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਮੋਹਨ ਜੀ ਤੋਂ ਪੋਥੀਆਂ ਲੈ ਕਰਕੇ ਚੱਲਣ ਲੱਗੇ। ਬਾਬਾ ਮੋਹਰੀ ਜੀ ਨੇ ਰੋਕਣਾ ਕੀਤਾ ਤੇ ਜਿੱਥੇ ਸਤਿਗੁਰੂ ਮਹਾਰਾਜ ਜੀ ਦੇ ਦੇਹਰੇ ਬਣੇ ਹੋਏ ਸਨ, ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ, ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ, ਉੱਥੇ ਸਤਿਗੁਰਾਂ ਨੇ ਦਰਸ਼ਨ ਕੀਤੇ। ਬਾਬਾ ਸੁੰਦਰ ਜੀ ਆ ਗਏ। ਬਾਬਾ ਸੁੰਦਰ ਜੀ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤੇ ਲੱਗਦੇ ਨੇ, ਬਾਬਾ ਆਨੰਦ ਜੀ ਦੇ ਸੁਪੁੱਤਰ। ਬਾਬਾ ਮੋਹਰੀ ਜੀ ਦੇ ਸੁਪੁੱਤਰ ਸਨ ਬਾਬਾ ਆਨੰਦ ਜੀ, ਬਾਬਾ ਆਨੰਦ ਜੀ ਦੇ ਸੁਪੁੱਤਰ ਸਨ ਬਾਬਾ ਸੁੰਦਰ ਜੀ। ਬਾਬਾ ਸੁੰਦਰ ਜੀ ਨੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ, ਉਸ ਸਮੇਂ ਜੋ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀ, ਬਚਨ ਕੀਤੇ ਸਨ, ਉਹ ਇੱਕ ਪਦੇ ਵਿੱਚ ਉਚਾਰਨ ਕੀਤੇ ਸਨ। ਸੋ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਜਿਹੜਾ ਸੱਦ ਸੀ ਨਾ, ਉਹ ਲਿਖਵਾ ਲੈਣਾ ਕੀਤਾ ਤੇ ਫਿਰ ਇਹ ਬਚਨ ਕੀਤਾ ਵੀ ਅਸੀਂ ਇਹ ਬਾਣੀ ਵਿੱਚ ਦਰਜ ਕਰਾਂਗੇ। ਸੋ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਪੋਥੀਆਂ ਲੈ ਕਰਕੇ ਪਾਲਕੀ 'ਚ ਬਿਰਾਜਮਾਨ ਕਰਕੇ ਆਪ ਨੰਗੇ ਪੈਰੀ ਮਹਾਰਾਜ ਜੀ ਨੇ ਚੌਰ ਸਾਹਿਬ ਕੀਤਾ। ਇੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੰਨਾ ਅਸੀਂ ਸਤਿਕਾਰ ਕਰਾਂਗੇ। ਕਈ ਵਾਰ ਕਿਸੇ ਦੇ ਘਰ ਸਰੂਪ ਲੈ ਕੇ ਜਾਈਦਾ, ਕਈ ਵੀਰ ਮੋਟਰਸਾਈਕਲ ਤੇ ਲੰਘਦੇ ਨੇ, ਕਈ ਤੇਜ਼ੀ ਨਾਲ ਲੰਘ ਜਾਂਦੇ ਨੇ, ਕੋਈ ਸਤਿਕਾਰ ਨਹੀਂ ਕਰਦੇ ਗੁਰਬਾਣੀ ਦਾ। ਦੇਖੋ ਸਾਡੇ ਸਤਿਗੁਰਾਂ ਨੇ ਗੁਰਬਾਣੀ ਦਾ ਸਤਿਕਾਰ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਦਬ ਸਤਿਕਾਰ ਕੀਤਾ, ਸਾਨੂੰ ਵੀ ਚਾਹੀਦਾ। ਸੋ ਇਸ ਤਰ੍ਹਾਂ ਸਾਧ ਸੰਗਤ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਖਡੂਰ ਸਾਹਿਬ ਵੀ ਰੁਕੇ, ਬਹੁਤ ਲੰਮਾ ਇਤਿਹਾਸ ਹੈ। ਤੇ ਫਿਰ ਮਹਾਰਾਜ ਜੀ ਖਡੂਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਵਿਖੇ ਆਏ, ਜਿੱਥੇ ਦੁੱਖ ਭੰਜਨੀ ਬੇਰੀ ਹੈ, ਉਹਦੇ ਨਾਲ ਇੱਕ ਥੜਾ ਬਣਿਆ ਹੋਇਆ ਹੈ ਜਿਸ ਦਾ ਨਾਮ ਹੈ 860। ਸੋ ਉੱਥੇ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਨੇ ਜਿੰਨੀਆਂ ਪੋਥੀਆਂ ਸਨ ਬਿਰਾਜਮਾਨ ਕੀਤੀਆਂ ਔਰ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਰਾਤ ਨੂੰ ਇੱਥੇ ਕੀਰਤਨ ਕਰਨਾ, ਇਹ ਪੋਥੀਆਂ ਇੱਥੇ ਹੀ ਰਹਿਣਗੀਆਂ। ਅਗਲੇ ਦਿਨ ਸਤਿਗੁਰੂ ਮਹਾਰਾਜ ਜੀ ਨੇ ਉਸ ਥਾਂ ਦੀ ਚੋਣ ਕਰਨੀ ਸੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਲਿਖਾਇਆ ਜਾਣਾ ਸੀ। ਸੋ ਦੱਖਣ ਪੂਰਬ ਵਾਲੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਤੋਂ, ਜਿੱਥੇ ਅੱਜ ਕੱਲ ਸ੍ਰੀ ਰਾਮਸਰ ਗੁਰਦੁਆਰਾ ਸਾਹਿਬ ਹੈ, ਇੱਥੇ ਮਹਾਰਾਜ ਜੀ ਨੇ ਇੱਕ ਝੜੀ ਦੇਖੀ, ਛੋਟਾ ਜਿਹਾ ਤਲਾਬ ਵੀ ਸੀ ਤੇ ਮਹਾਰਾਜ ਨੇ ਕਿਹਾ ਭਾਈ ਇਹ ਦਰਖਤ ਕੱਟ ਦੋ। ਥੋੜੇ ਬਹੁਤੇ ਦਰਖਤ ਰੱਖ ਲਏ, ਉੱਥੇ ਫੁੱਲ ਬੂਟੇ ਲਾਏ ਗਏ, ਇੱਕ ਤੰਬੂ ਲਾਇਆ ਗਿਆ ਔਰ ਜਿਹੜਾ ਉਹ ਸਰੋਵਰ ਸੀ ਉਹਨੂੰ ਸਾਫ਼ ਕੀਤਾ ਗਿਆ, ਸਰੋਵਰ ਦਾ ਇੱਕ ਰੂਪ ਦਿੱਤਾ ਗਿਆ। ਸੋ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਵੀ ਇੱਥੇ ਪਹਿਰਾ ਵੀ ਲਾਉਣਾ ਹੈ, ਕਰੜਾਈ ਕਰਨਾ ਕੀਤੀ। ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸਾਰਾ ਪ੍ਰਬੰਧ ਸੌਂਪ ਕਰਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੁਝ ਸਿੱਖਾਂ ਨੂੰ ਨਾਲ ਲੈ ਕਰਕੇ, ਭਾਈ ਗੁਰਦਾਸ ਜੀ ਨੂੰ ਨਾਲ ਲੈ ਕਰਕੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖਣ ਦਾ ਕਾਰਜ ਆਰੰਭ ਕੀਤਾ, ਸ੍ਰੀ ਰਾਮਸਰ ਸਾਹਿਬ। ਸੋ ਇੱਥੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਜਿਹੜੀਆਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀਆਂ ਜੋ ਬਾਣੀ ਦੀਆਂ ਪੋਥੀਆਂ ਸੀ ਪਹਿਲੇ ਸਤਿਗੁਰਾਂ ਦੀਆਂ, ਉਹਨਾਂ ਨੂੰ ਵਾਚਨਾ ਕੀਤਾ। ਇੱਕ ਓੰਕਾਰ ਤੋਂ ਆਰੰਭ ਕਰਕੇ ਮਹਾਰਾਜ ਜੀ ਨੇ ਰਾਗਾਂ ਅਨੁਸਾਰ ਬਾਣੀ ਲਿਖੀ ਹੈ। ਸਾਧ ਸੰਗਤ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦੇਖਦੇ ਹਾਂ ਨਾ, ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਪਹਿਲੇ ਸਤਿਗੁਰਾਂ ਦੀ ਬਾਣੀ, ਫਿਰ ਦੂਜੇ ਸਤਿਗੁਰਾਂ ਦੀ, ਤੀਜੇ ਸਤਿਗੁਰਾਂ ਦੀ, ਚੌਥੇ ਸਤਿਗੁਰਾਂ ਦੀ, ਪੰਜਵੇਂ ਸਤਿਗੁਰਾਂ ਦੀ ਔਰ ਨੌਵੇਂ ਸਤਿਗੁਰਾਂ। ਨੌਵੇਂ ਸਤਿਗੁਰਾਂ ਦੀ ਜਿਹੜੀ ਬਾਣੀ ਸੀ ਉਹਦੇ ਵਾਸਤੇ ਥਾਂ ਛੱਡਿਆ ਗਿਆ, ਜਿੱਥੇ ਮਹਾਰਾਜ ਨੇ ਲਿਖਵਾਉਣੀ ਸੀ ਨਾ, ਉਸ ਥਾਂ ਨੂੰ ਖਾਲੀ ਛੱਡਣਾ ਕੀਤਾ। ਤਾਂ ਇਸ ਤਰ੍ਹਾਂ ਸਾਧ ਸੰਗਤ ਮਹਾਰਾਜ ਜੀ ਨੇ ਜਿਹੜੀ ਆਪਣੀ ਬਾਣੀ ਸੀ ਉਹ ਵੀ ਨਾਲ ਦਰਜ ਕਰਾਉਣਾ ਕੀਤੀ। ਸਤਿਗੁਰੂ ਮਹਾਰਾਜ ਜੀ ਨੇ ਜਿਹੜੀਆਂ ਪਹਿਲਾਂ ਪੌੜੀਆਂ ਸਨ ਵਾਰਾਂ ਦੇ ਵਿੱਚ, ਉਹਨਾਂ ਨਾਲ ਸ਼ਲੋਕ ਦਰਜ ਕਰਨਾ ਕੀਤੇ ਤੇ ਭਗਤਾਂ ਦੀ ਬਾਣੀ, ਕੁਝ ਗੁਰਸਿੱਖਾਂ ਦਾ ਨਿਰਣਾ ਹੈ ਕਿ ਸਤਿਗੁਰਾਂ ਕੋਲ ਲਿਖੀ ਹੋਈ ਸੀ, ਉਹ ਮਹਾਰਾਜ ਜੀ ਨੇ ਲਿਖੀ ਹੈ
ਤੇ ਕੁਝ ਵਿਦਵਾਨਾਂ ਦਾ ਇਹ ਕਹਿਣਾ ਹੈ ਕਿ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਇੱਕ ਦਿਨ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ, ਮਹਾਰਾਜ ਜੀ ਜਿਹੜੀ ਤੁਸੀਂ ਆਪਣੀ ਬਾਣੀ ਲਿਖਦੇ ਹੋ ਉਹਦੇ ਵਿੱਚ ਤਾਂ ਨਾਨਕ ਸ਼ਬਦ ਹੀ ਲਿਖਿਆ, ਭਾਵੇਂ ਉਹ ਪਹਿਲੇ ਪਾਤਸ਼ਾਹ ਜੀ ਦੀ ਹੈ, ਭਾਵੇਂ ਤੀਜੇ, ਭਾਵੇਂ ਚੌਥੇ, ਭਾਵੇਂ ਪੰਜਵੇਂ, ਕਿਉਂਕਿ ਦੂਜੇ ਪਾਤਸ਼ਾਹ ਜੀ ਦੀ ਬਾਣੀ ਘੱਟ ਹੈ। ਔਰ ਜਿਹੜੀ ਦੂਜੇ ਪਾਤਸ਼ਾਹ ਜੀ ਦੀ ਬਾਣੀ ਹੈ ਸਾਧ ਸੰਗਤ, ਉਹ ਵਾਰਾਂ ਵਿੱਚ ਹੀ ਆਉਂਦੀ ਹੈ। ਸੋ ਜਿਹੜੇ ਬਾਣੀ ਗੁਰਸਿੱਖ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਜੀ ਜਿਹੜੀ ਭਗਤਾਂ ਦੀ ਬਾਣੀ ਹੈ ਉੱਥੇ ਤੁਸੀਂ ਭਗਤਾਂ ਦਾ ਨਾਮ ਲਿਖ ਦਿਓ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਭਾਈ ਗੁਰਦਾਸ ਜੀ ਜਿਹੜਾ ਸਾਡਾ ਤੁਹਾਨੂੰ ਟਾਈਮ ਦਿੱਤਾ ਹੋਇਆ ਵੀ ਤੁਸੀਂ ਇੰਨੇ ਵਜੇ ਇੱਥੇ ਤੰਬੂ ਵਿੱਚ ਹਾਜ਼ਰ ਹੋਣਾ, ਉਸ ਤੋਂ 1 ਘੰਟਾ ਪਹਿਲਾਂ ਆਇਓ, ਤੁਹਾਨੂੰ ਸਭ ਕੁਝ ਪਤਾ ਲੱਗ ਜਾਏਗਾ। ਤਾਂ ਉਸ ਸਮੇਂ ਸਾਧ ਸੰਗਤ ਭਾਈ ਗੁਰਦਾਸ ਜੀ ਦੂਜੇ ਦਿਨ ਆਏ, ਦੇਖਿਆ ਵੀ ਸਾਰੇ ਭਗਤ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਬੈਠੇ ਨੇ, ਨਮਸਕਾਰਾਂ ਕਰ ਰਹੇ ਨੇ, ਬਾਣੀ ਉਚਾਰਨ ਕਰ ਰਹੇ ਨੇ। ਤਾਂ ਮਨ ਵਿੱਚੋਂ ਸ਼ੰਕਾ ਦੂਰ ਹੋ ਗਈ। ਸਤਿਗੁਰੂ ਮਹਾਰਾਜ ਜੀ ਨੇ ਭੱਟਾਂ ਦੀ ਬਾਣੀ ਵੀ ਲਿਖੀ ਹੈ ਤੇ 4 ਗੁਰਸਿੱਖਾਂ ਦੀ ਬਾਣੀ ਹੈ। ਸੋ ਇਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰੀ ਬਾਣੀ ਇੱਕ ਥਾਂ ਤੇ ਇਕੱਤਰ ਕਰਨਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਵਿੱਚ। ਔਰ ਫਿਰ ਲਾਹੌਰ ਤੋਂ ਭਾਈ ਬੰਨੋ ਜੀ ਨੂੰ ਹੁਕਮ ਕਰਕੇ ਜਲਦ ਬਣਵਾਉਣਾ ਕੀਤੀ। ਜਦੋਂ ਜਲਦ ਬਣ ਕੇ ਆ ਗਈ ਸਾਧ ਸੰਗਤ, ਉਸ ਸਮੇਂ ਸਤਿਗੁਰੂ ਮਹਾਰਾਜ ਜੀ ਨੇ ਫਿਰ ਸ੍ਰੀ ਰਾਮ ਭਵਨ, ਜਿੱਥੇ ਅੱਜ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਛਪਾਈ ਹੁੰਦੀ ਹੈ ਨਾ, ਸ੍ਰੀ ਰਾਮਸਰ ਜੋ ਸਰੋਵਰ ਹੈ ਤੀਰਥ, ਉੱਥੇ ਨਾਲ ਹੀ ਅਸਥਾਨ ਹੈ। ਤੇ ਉੱਥੇ ਸਾਧ ਸੰਗਤ ਸਤਿਗੁਰੂ ਜੀ ਨੇ ਪਹਿਲਾਂ ਸਾਰੇ ਸਿੱਖਾਂ ਨੂੰ ਬੁਲਾ ਕਰਕੇ ਇੱਕ ਦਿਹਾੜਾ ਰੱਖਣਾ ਕੀਤਾ। ਸਾਰੀਆਂ ਸੰਗਤਾਂ ਆਈਆਂ, ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਭੇਟਾਵਾਂ ਸੰਗਤਾਂ ਨੇ ਅਰਪਣ ਕੀਤੀਆਂ। ਫਿਰ ਸਤਿਗੁਰੂ ਮਹਾਰਾਜ ਜੀ ਨੇ ਅੱਜ ਦਾ ਦਿਨ ਚੁਣਿਆ। ਅੱਜ ਦੇ ਦਿਨ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰੂ ਮਹਾਰਾਜ ਜੀ ਨੇ ਜੋ ਅੰਮ੍ਰਿਤ ਵੇਲੇ ਕੀਰਤਨ ਹੁੰਦਾ ਸੀ, ਬਚਨ ਕੀਤਾ, ਭਾਈ ਉੱਥੇ ਪੀੜਾ ਸਾਹਿਬ ਸਜਾਇਆ ਜਾਵੇ। ਉਸੇ ਤਰ੍ਹਾਂ ਹੀ ਜਿਵੇਂ ਚੰਦੂਆ ਲੱਗਦਾ ਹੈ ਸਾਡੇ ਉੱਪਰ, ਉਵੇਂ ਲਾਇਆ ਜਾਵੇ। ਔਰ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਆਪਣੇ ਸੀਸ ਤੇ ਚੁੱਕੋ। ਮਹਾਰਾਜ ਜੀ ਨੇ ਕੁਝ ਗੁਰਸਿੱਖਾਂ ਨੂੰ ਨਾਲ ਲੈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤੇ ਜੋ ਛਤਰ ਚਲਾਉਣਾ ਕੀਤਾ। ਆਪ ਸਤਿਗੁਰਾਂ ਨੇ ਚੌਰ ਸਾਹਿਬ ਕੀਤਾ। ਇੱਕ ਗੁਰਸਿੱਖ ਘੰਟਿਆਲ ਵਜਾਉਂਦਾ, ਸ਼ੰਖ ਵਜਾਏ ਜਾਂਦੇ ਨੇ, ਔਰ ਇੱਕ ਗੁਰਸਿੱਖ ਜਲ ਛਿੜਕਦਾ ਹੈ। ਇਸ ਤਰ੍ਹਾਂ ਮਹਾਰਾਜ ਜੀ ਸੰਗਤਾਂ ਦੇ ਨਾਲ ਰੱਬੀ ਬਾਣੀ ਦਾ ਕੀਰਤਨ ਕਰਦਿਆਂ ਸ੍ਰੀ ਰਾਮਸਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣਾ ਕੀਤਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਸ੍ਰੀ ਹਰਿਮੰਦਰ ਸਾਹਿਬ ਅੰਦਰ ਬਿਰਾਜਮਾਨ ਕੀਤਾ। ਤੇ ਬਾਬਾ ਬੁੱਢਾ ਜੀ ਨੂੰ ਮਹਾਰਾਜ ਜੀ ਨੇ ਪਹਿਲੇ ਗ੍ਰੰਥੀ ਸਥਾਪਨਾ ਕੀਤਾ। ਸਾਧ ਸੰਗਤ ਦੇਖੋ ਗ੍ਰੰਥੀ ਦੀ ਚੋਣ ਕਿੱਥੋਂ ਹੋਈ। ਬਾਬਾ ਬੁੱਢਾ ਜੀ ਕਿਉਂ ਮਹਾਨ ਗੁਰਸਿੱਖ ਨੇ, ਜਿਨ੍ਹਾਂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਤਿਗੁਰੂ, ਸ੍ਰੀ ਗੁਰੂ ਰਾਮਦਾਸ ਸਤਿਗੁਰੂ ਮਹਾਰਾਜ ਚਰਨਾਂ 'ਚ ਰਹਿ ਕੇ ਸੇਵਾ ਕੀਤੀ। ਮਹਾਰਾਜ ਜੀ ਨੇ ਪੜਤਾਲ ਕੀਤੀ ਸੀ ਕਿ ਜੋ ਬੇਦੀਆਂ ਦੀ ਕੁਲ ਵਿੱਚੋਂ ਨੇ, ਤ੍ਰਿਹਣਾ ਦੀ ਕੁਲ ਵਿੱਚੋਂ ਨੇ, ਉਹਨਾਂ ਦੇ ਵਿੱਚ ਥੋੜਾ ਹੰਕਾਰ ਹੈ। ਭੱਲਿਆਂ ਦੀ ਕੁਲ ਵਿੱਚੋਂ, ਸੋਢੀਆਂ ਦੀ ਕੁਲ ਵਿੱਚੋਂ, ਕਿ ਅਸੀਂ ਸਤਿਗੁਰਾਂ ਦੀ ਕੁਲ ਵਿੱਚੋਂ ਆ। ਇਹ ਕਿਸ ਨੂੰ ਮਾਣ ਮਿਲਣਾ ਚਾਹੀਦਾ ਵੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਗ੍ਰੰਥੀ ਹੋਵੇ। ਤਾਂ ਉਸ ਸਮੇਂ ਬਾਬਾ ਬੁੱਢਾ ਜੀ ਦੀ ਚੋਣ ਕੀਤੀ ਮਹਾਰਾਜ ਜੀ ਨੇ। ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪ ਕਰਕੇ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਬਾਬਾ ਬੁੱਢਾ ਜੀ ਗ੍ਰੰਥ ਖੋਲੋ ਔਰ ਮੁੱਖ ਵਾਕ ਲਓ, ਸੁਣੇ ਸਭ ਪੰਥ, ਸਾਰਾ ਪੰਥ ਸੁਣੇ। ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ, ਹੁਕਮਨਾਮਾ ਲਿਆ ਔਰ ਇਹ ਬਚਨ ਆਇਆ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਹਰ ਕੰਮ ਕਰਾਉਣ ਵਾਸਤੇ ਪ੍ਰਮਾਤਮਾ ਆਪ ਆਇਆ। ਸੰਤਾਂ ਪਰਮੇਸ਼ਰ ਆਪਣੇ ਭਗਤਾਂ ਦੇ ਕਾਰਜਾਂ ਦੇ ਵਿੱਚ ਆਪ ਆ ਕੇ ਖਲੋ ਜਾਂਦਾ ਹੈ। ਸੋ ਅੱਜ ਦੇ ਦਿਨ 1604 ਈਸਵੀ ਸੰਮਤ ਔਰ 1661 ਬਿਕਰਮੀ ਸੰਮਤ, ਕਿਉਂਕਿ ਜਿਹੜਾ ਬਿਕਰਮੀ ਸੰਮਤ ਹੈ ਸਾਧ ਸੰਗਤ ਇਹ 57 ਸਾਲ ਅੱਗੇ ਚੱਲਦਾ। ਇਹ ਸਾਨੂੰ ਯਾਦ ਹੋਣਾ ਚਾਹੀਦਾ। ਜੇ ਬਿਕਰਮੀ ਸੰਮਤ ਵਿੱਚੋਂ 57 ਸਾਲ ਘਟਾ ਦਈਏ ਤਾਂ ਈਸਵੀ ਸੰਮਤ ਬਣ ਜਾਣਗੇ।
1604 ਈਸਵੀ ਸੰਮਤ 1 ਸੁਦੀ ਭਾਦੋ ਨੂੰ ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕੀਤਾ, ਜਿਸ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਦੋਂ ਲਿਖੇ ਜਾ ਰਹੇ ਸਨ, ਉਸ ਸਮੇਂ ਕਈ ਤਰ੍ਹਾਂ ਦੀਆਂ ਘਟਨਾ ਵੀ ਵਾਪਰੀਆਂ ਨੇ, ਜਿੱਥੇ ਲਾਹੌਰ ਦੇ 4 ਭਗਤ ਕਹਾਉਂਦੇ ਸਨ ਆਪਣੇ ਆਪ ਨੂੰ ਕਾन्हा, ਪੀਲੂ, ਸਾਹ ਹੁਸੈਨ ਤੇ ਛੱਜੂ। ਇਹਨਾਂ ਨੇ ਵੀ ਆ ਕਰਕੇ ਮਹਾਰਾਜ ਨੂੰ ਕਿਹਾ, ਸੱਚੇ ਪਾਤਸ਼ਾਹ ਸਾਡੀ ਵੀ ਬਾਣੀ ਲਿਖੋ। ਸਤਿਗੁਰਾਂ ਨੇ ਜਦੋਂ ਇਹਨਾਂ ਦੀ ਬਾਣੀ ਸੁਣੀ, ਸਾਧ ਸੰਗਤ, ਜਿਹੜਾ ਕਾन्हा ਸੀ ਨਾ, ਉਹਨੇ ਹੰਕਾਰ ਦੀ ਗੱਲ ਕੀਤੀ ਕਿ ਮੈਂ ਹੀ ਹਾਂ, ਕਿਉਂਕਿ ਜਿਹੜੇ ਵਿਦਾਂਤ ਪੜ੍ਹਦੇ ਨੇ ਉਹਨਾਂ ਨੂੰ ਕੱਲਾ ਮੈਂ ਹੀ ਦੱਸਣ ਲੱਗ ਜਾਂਦਾ, ਬਾਕੀ ਉਹ ਕਹਿੰਦੇ ਵੀ ਸਭ ਬ੍ਰਾਹਮੀ ਹੈ, ਪਰ ਇਹ ਖੁਸ਼ਕ ਗਿਆਨ ਹੈ। ਤਾਂ ਉਸ ਸਮੇਂ ਸਤਿਗੁਰੂ ਜੀ ਕਹਿੰਦੇ, ਭਾਈ ਅਸੀਂ ਆਪਣੇ ਸਿੱਖਾਂ ਨੂੰ ਖੁਸ਼ਕ ਗਿਆਨ ਨਹੀਂ ਦੇਣਾ, ਅਸੀਂ ਭਗਤੀ ਵੀ ਸਿਖਾਉਣੀ ਹੈ, ਅਸੀਂ ਤਾਂ ਆਪਣੇ ਗੁਰਸਿੱਖਾਂ ਨੂੰ ਗ੍ਰਸਤ ਮਾਰਗ ਤੇ ਚਲਾਉਣਾ ਹੈ। ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪ੍ਰਮਾਣ ਦਿੱਤਾ ਸੀ। ਮਹਾਰਾਜ ਕਹਿੰਦੇ, ਜਿਵੇਂ ਕੋਈ ਮਨੁੱਖ ਜਿਹਨੂੰ ਪਿੱਤ ਦਾ ਰੋਗ ਹੋਵੇ, ਗਰਮੀ ਪੈਂਦੀ ਹੋਵੇ ਸਰੀਰ 'ਚ, ਉਹਨੂੰ ਘਿਓ ਖਵਾ ਦਈਏ ਤਾਂ ਉਹਨੂੰ ਸਾਧ ਸੰਗਤ ਅਸਤ ਲੱਗ ਜਾਂਦੇ ਹਨ। ਔਰ ਇਸੇ ਤਰ੍ਹਾਂ ਹੀ ਜਿਹਨੂੰ ਬਲਗਮ ਦਾ ਰੋਗ ਹੋਵੇ, ਬੈ ਹੋਵੇ ਜਿਹਦੇ ਸਰੀਰ ਵਿੱਚ, ਉਹਨੂੰ ਘਿਓ ਖਵਾ ਦਈਏ ਤਾਂ ਉਹਨੂੰ ਸਾਧ ਸੰਗਤ ਬੈ ਵਧਨ ਕਰਕੇ ਸਰੀਰ ਦੇ ਅੰਦਰ ਦਮਾ ਰੋਗ ਲੱਗ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਜੇ ਉਸ ਰੋਗੀ ਨੂੰ, ਜਿਹਨੂੰ ਪਿੱਤ ਦਾ ਰੋਗ ਹੈ ਤੇ ਬੈ ਦਾ ਰੋਗ ਹੈ, ਘਿਓ ਦੇ ਵਿੱਚ ਸ਼ੱਕਰ ਪਾ ਕੇ ਖਵਾ ਦਈਏ, ਫਿਰ ਉਹ ਜਿਹੜੀ ਸ਼ੱਕਰ ਹੈ ਨਾ, ਦਵਾਈ ਦਾ ਕੰਮ ਕਰ ਜਾਂਦੀ ਹੈ, ਘਿਓ ਹਾਜ਼ਮ ਹੋ ਜਾਂਦਾ। ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਸੰਸਾਰ ਦੇ ਅੰਦਰ ਜਿਹੜੀ ਪਿੱਤ ਹੈ ਉਹ ਤਾਂ ਹੈ ਵਿਕਾਰੀ ਬੰਦੇ, ਜਿਨ੍ਹਾਂ ਦੇ ਅੰਦਰ ਵਿਕਾਰ ਹੀ ਫੁਰਦੇ ਨੇ ਹਰ ਸਮੇਂ। ਜੇ ਉਹਨਾਂ ਨੂੰ ਬ੍ਰਹਮ ਗਿਆਨ ਦੇ ਦਈਏ ਨਾ, ਬ੍ਰਹਮ ਗਿਆਨ ਸੁਣਾ ਦਈਏ, ਤਾਂ ਉਹ ਆਪਣੇ ਆਪ ਨੂੰ ਬ੍ਰਾਹਮੀ ਸਮਝਣ ਲੱਗ ਜਾਂਦੇ ਨੇ ਤੇ ਉਹਨਾਂ ਦੇ ਅੰਦਰ ਅਸਤ ਲੱਗ ਜਾਂਦੇ ਨੇ, ਵਿਕਾਰ ਵੱਧ ਜਾਂਦੇ ਨੇ। ਇਸੇ ਤਰ੍ਹਾਂ ਹੀ ਜਿਹੜੇ ਬਾਏ ਦੇ ਰੋਗੀ ਨੇ, ਜਿਨ੍ਹਾਂ ਨੂੰ ਹੰਕਾਰ ਹੈ, ਥੋੜਾ ਹੰਕਾਰ ਕਰਦੇ ਨੇ, ਥੋੜਾ ਹੰਕਾਰ ਕਰਦੇ ਨੇ, ਮੈਂ ਕਰਦੇ ਨੇ, ਜੇ ਉਹਨਾਂ ਨੂੰ ਇਹ ਬ੍ਰਹਮ ਗਿਆਨ ਸੁਣਾ ਦਈਏ ਤਾਂ ਉਹਨਾਂ ਦਾ ਜਿਹੜਾ ਹੰਕਾਰ ਹੈ ਹੋਰ ਵੱਧ ਜਾਂਦਾ ਹੈ। ਪਰ ਜੇ ਨਾਲ ਭਗਤੀ ਹੈ ਸ਼ੱਕਰ, ਜਿੱਥੇ ਬ੍ਰਹਮ ਗਿਆਨ ਹੈ ਉੱਥੇ ਸ਼ੱਕਰ ਪਰਮਾਤਮਾ ਦਾ ਜੋ ਭਗਤੀ ਕਰਨੀ ਹੈ। ਦੇਖੋ, ਇੱਕ ਬੂੰਦ ਸਾਗਰ ਵਿੱਚ ਉਦੋਂ ਮਿਲਦੀ ਹੈ ਜਦੋਂ ਸਾਗਰ ਵਿੱਚ ਜਾ ਕੇ ਸਮਾ ਜੇ। ਜੇ ਬੂੰਦ ਨੂੰ ਇੰਨਾ ਗਿਆਨ ਹੋ ਜੇ ਵੀ ਮੈਂ ਸਾਗਰ ਦਾ ਰੂਪ ਹਾਂ, ਤੇ ਜਿੰਨਾ ਸਮਾਂ ਸਾਗਰ 'ਚ ਮਿਲੇਗੀ ਨਹੀਂ, ਉਹਨਾਂ ਸਮਾਂ ਸਾਗਰ ਨਹੀਂ ਹੋ ਸਕਦੀ, ਲੱਖ ਯਤਨ ਕਰਨਗੇ। ਉਹਨੂੰ ਆਪਣੀ ਤੇ ਸਾਗਰ ਦੀ ਜਿਹੜੀ ਦੂਰੀ ਹੈ ਮਿਟਣੀ ਪਏਗੀ, ਫਿਰ ਸਾਗਰ 'ਚ ਜਾ ਕੇ ਮਿਲਿਆ ਜਾਂਦਾ ਹੈ। ਭਾਵੇਂ ਲੱਖਾਂ ਵਾਰ ਕਹਿ ਦੇ ਉਹ ਬੂੰਦ ਕਿ ਮੈਂ ਸਾਗਰ ਹਾਂ, ਜਿਹੜਾ ਸਾਗਰ ਵਿੱਚ ਸਭ ਕੁਝ ਹੈ ਉਹੀ ਮੇਰੇ ਵਿੱਚ ਹੈ, ਪਰ ਉਹ ਬੂੰਦ ਕਦੇ ਸਾਗਰ ਨਹੀਂ ਬਣ ਸਕਦਾ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਸਾਨੂੰ ਗ੍ਰਸਤ ਵਿੱਚ ਰਹਿੰਦਿਆਂ ਸਾਧ ਸੰਗਤ ਬਾਣੀ ਬਖਸ਼ੀ। ਬਾਣੀ ਪੜ੍ਹ ਕੇ ਮਹਾਰਾਜ ਕਹਿੰਦੇ, ਆਪਣੇ ਚਿੱਤ ਦੀ ਮੈਲ ਧੋ ਲੈ, ਆਪਣੇ ਜਿਹੜੇ ਬੁਰੇ ਕਰਮ ਨੇ ਉਹਨਾਂ ਨੂੰ ਚੰਗੇ ਕਰਮ ਬਣਾ ਲੈ, ਚੰਗਾ ਇਨਸਾਨ ਬਣ ਜਾ। ਬੰਦਾ ਕਰਮਾਂ ਕਰਕੇ ਮਾੜਾ ਹੁੰਦਾ ਹੈ ਨਾ। ਜੇ ਝੂਠ ਬੋਲੇਗਾ ਤੇ ਸਾਰਿਆਂ ਦਾ ਇਤਬਾਰ ਘਟ ਜਾਂਦਾ, ਵਿਸ਼ਵਾਸ ਨਹੀਂ ਕੋਈ ਕਰਦਾ। ਉਹੀ ਬੰਦਾ ਸੱਚ ਬੋਲਣ ਲੱਗ ਜਾਏ, ਉਹੀ ਬੰਦਾ ਸਾਰਿਆਂ ਨਾਲ ਮਿਲ ਕੇ ਰਹੇ, ਉਹੀ ਸਾਰਿਆਂ ਨਾਲ ਪ੍ਰੇਮ ਕਰੇ, ਹਿਰਦੇ 'ਚ ਗੁਣ ਵਸ ਗਏ, ਤਾਂ ਫਿਰ ਸਾਧ ਸੰਗਤ ਸਤਿਗੁਰੂ ਕਹਿੰਦੇ ਗੁਣਾ ਕਰਕੇ ਭਗਤੀ ਹੁੰਦੀ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਵੈਣ ਗੁਣ ਕੀਤੇ ਭਗਤ ਨਾ ਹੋਏ। ਗੁਰਬਾਣੀ ਅੰਦਰ ਸਤਿਗੁਰਾਂ ਨੇ ਸਾਨੂੰ ਜੀਵਨ ਸਿਖਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਜਿਵੇਂ ਕੋਈ ਮਨੁੱਖ ਸਮੁੰਦਰ ਵਿੱਚ ਜਾ ਕਰਕੇ ਕਈ ਤਰ੍ਹਾਂ ਦਾ ਖੋਜ ਕਰਦਾ ਹੈ। ਹੁਣ ਜਿਹੜੇ ਸਮੁੰਦਰ ਵਿੱਚ ਲੱਭਦੇ ਨੇ ਉਹਨਾਂ ਨੂੰ ਹੀਰੇ ਮੋਤੀ ਮਾਣਕ ਆਦਿਕ ਬੜੇ ਲੱਭ ਜਾਂਦੇ, ਪਰ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ, ਖੋਜ ਕਰਨੀ ਪੈਂਦੀ ਸਾਧ ਸੰਗਤ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਕਹਿੰਦੇ, ਜਿਵੇਂ ਪਹਾੜਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਔਸ਼ਧੀਆਂ ਹੁੰਦੀਆਂ ਨੇ, ਕਈ ਤਰ੍ਹਾਂ ਦੇ ਹੀਰੇ ਮੋਤੀ ਮਾਣਕ ਵੀ ਹੁੰਦੇ ਨੇ, ਪਰ ਉਹੀ ਲੱਭ ਸਕਦਾ ਜਿਹੜਾ ਖੋਜ ਕਰਦਾ, ਤੇ ਉਹ ਸੰਸਾਰ ਵਿੱਚ ਲਿਆ ਕੇ ਲੋਕਾਂ ਨੂੰ ਦਿਖਾ ਦਿੰਦਾ ਵੀ ਆਹ ਫਲਾਣੇ ਪਹਾੜ ਚੋਂ ਲੱਭਿਆ। ਜਿਵੇਂ ਜਿਹੜੇ ਹੇਮਕੁੰਡ ਸਾਹਿਬ ਵੱਲ ਪਰਬਤਾਂ 'ਚ ਹਿਰਨ ਰਹਿੰਦੇ ਨੇ, ਉਹਨਾਂ ਦੇ ਹਿਰਨਾਂ ਦੇ ਵਿੱਚ ਕਸਤੂਰੀ ਹੁੰਦੀ ਹੈ, ਤੇ ਜਿਨ੍ਹਾਂ ਨੇ ਉੱਥੇ ਜਾ ਕੇ ਖੋਜਿਆ ਉਹਨਾਂ ਨੂੰ ਹੀ ਪਤਾ ਲੱਗਿਆ ਨਾ। ਘਰੇ ਬੈਠੇ ਤਾਂ ਕਿਸੇ ਨੂੰ ਪਤਾ ਨਹੀਂ ਲੱਗੇਗਾ।
ਇਸੇ ਤਰ੍ਹਾਂ ਹੀ ਜੰਗਲਾਂ ਵਿੱਚ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਵੈਦਾਂ ਨੂੰ ਪਤਾ ਹੈ। ਉਹ ਖੋਜ ਕਰਦੇ ਨੇ, ਲੋਕਾਂ ਨੂੰ ਦੱਸਦੇ ਨੇ ਵੀ ਆਹ ਜੜੀ ਬੂਟੀ 'ਚ ਆਹ ਦਵਾਈ ਹੈ, ਔਸ਼ਧੀ ਹੈ, ਇਹ ਫਲਾਣੇ ਰੋਗ ਨੂੰ ਕੱਟ ਦਿੰਦੀ ਹੈ, ਆਹ ਰੋਗ ਕੱਟਿਆ ਜਾਂਦਾ ਇਹਦੇ ਕਰਕੇ। ਉਹ ਲੋਕਾਂ ਨੂੰ ਦਿਖਾਉਂਦੇ ਨੇ, ਪੰਸਾਰੀ ਦੇ ਜਾ ਕੇ ਦੇਖੋ ਕਿੰਨੀਆਂ ਜੜੀਆਂ ਬੂਟੀਆਂ ਪਈਆਂ ਹੋਈਆਂ, ਪਰ ਉਹ ਕਿਸੇ ਨੇ ਖੋਜੀਆਂ ਨੇ। ਇਸੇ ਤਰ੍ਹਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਤੈਸੇ ਗੁਰਬਾਣੀ ਮਹਿ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਗੁਰਬਾਣੀ 'ਚ ਸਾਰੇ ਪਦਾਰਥ ਨੇ। ਚਾਰ ਪਦਾਰਥ ਜੇ ਕੋ ਮਾਗੈ, ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਭੈ, ਸਾਧ ਸੰਗ ਹੀ ਹਉਮੈ ਛੋੜੈ। ਦੇਖੋ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇ ਕੱਲੀਆਂ ਬੇਨਤੀਆਂ ਕਰਦੇ, ਕੱਲਾ ਸਿਰ ਝੁਕਾਉਂਦੇ ਆ। ਜੇ ਅਸੀਂ ਗੁਰੂ ਮਹਾਰਾਜ ਦੇ ਬਾਣੀ ਨੂੰ ਪੜ੍ਹਨ ਲੱਗ ਜਾਈਏ, ਜੇ ਬਾਣੀ ਨੂੰ ਵਿਚਾਰਨ ਲੱਗ ਜਾਈਏ, ਬਾਣੀ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਈਏ, ਕਿੰਨੀ ਰੁਸ਼ਨਾਈ ਹੁੰਦੀ ਹੈ ਜੀ। ਜੀਵਨ ਸੁਖੀ ਹੋ ਜਾਂਦਾ, ਹੌਲਾ ਹੋ ਜਾਂਦਾ। ਕਿੱਥੇ ਸਿਰ ਤੇ ਭਾਰ ਲੱਦੀ ਰੱਖਦੇ ਨਾ, ਦਿਨ ਰਾਤ ਚਿੰਤਾਵਾਂ ਦਾ ਭਾਰ ਲੱਦੀ ਰੱਖਦੇ ਆ ਵੀ ਆਹ ਚਿੰਤਾ ਪੈ ਗਈ, ਉਹ ਚਿੰਤਾ ਪੈ ਗਈ, ਫਲਾਨੀ ਆਹ ਦੁੱਖ ਆ ਗਿਆ। ਤੇ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ, ਦੁੱਖ ਸੁਖ ਪੁਰਬ ਜਨਮ ਕੇ ਕੀਏ, ਸੋ ਜਾਣ ਜਨ ਦਾਤੈ ਦੀਏ। ਇਹ ਤੇਰੇ ਆਪਣੇ ਬੀਜੇ ਹੋਏ ਨੇ, ਆਪ ਹੀ ਤੋਂ ਵੱਡੀ ਜਾਨਾ ਹੈ। ਤੇ ਮਹਾਰਾਜ ਕਹਿੰਦੇ ਆਪੇ ਬੀਜ ਆਪੇ ਹੀ ਖਾਓ। ਗੁਰਬਾਣੀ 'ਚ ਜੁਗਤੀਆਂ ਦੱਸੀਆਂ ਨੇ ਨਾ। ਗੁਰਬਾਣੀ 'ਚ ਸਾਨੂੰ ਕਿੰਨਾ ਦੱਸਿਆ ਵੀ ਜਿਹੋ ਜਿਹਾ ਤੂੰ ਬੀਜੇਗਾ ਉਹੋ ਜਿਹਾ ਵੱਢ ਲਏਗਾ। ਸਰੀਰ ਵੀ ਧਰਤੀ ਹੈ, ਇਹਦੇ ਵਿੱਚ ਬੀਜ ਪਾ ਕਰਮ। ਜਿਹੋ ਜਿਹਾ ਕਰਮ ਕਰੇਗਾ, ਚੰਗਾ ਕਰਮ ਕਰੇਗਾ, ਤੈਨੂੰ ਚੰਗਾ ਫਲ ਮਿਲ ਜਾਏਗਾ। ਮਾੜਾ ਕਰਮ ਕਰੇਗਾ, ਮਾੜੇ ਫਲ ਭੋਗੀ ਜਾਂਦੇ। ਗੁਰਬਾਣੀ ਅੰਦਰ ਸਤਿਗੁਰਾਂ ਨੇ ਸਾਨੂੰ ਇੱਕ ਚਾਨਣ ਦਿੱਤਾ ਹੈ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ। ਗੁਰਬਾਣੀ ਸੀਸਾ ਹੈ। ਜਿਵੇਂ ਸੀਸੇ ਵਿੱਚ ਆਪਣਾ ਰੂਪ ਦੇਖਦੇ ਹਾਂ, ਸਾਡਾ ਕਿਹੋ ਜਿਹਾ ਰੂਪ ਸਾਨੂੰ ਦਿਸ ਜਾਂਦਾ ਹੈ। ਗੁਰਬਾਣੀ ਪੜਾਂਗੇ ਸਾਨੂੰ ਆਪਣਾ ਆਪ ਦਿਸੇਗਾ। ਗੁਰਬਾਣੀ ਬ੍ਰਹਮ ਹੈ। ਗੁਰਬਾਣੀ ਸਾਨੂੰ ਬ੍ਰਹਮ 'ਚ ਲੈ ਜਾਂਦੀ। ਜਦੋਂ ਅਸੀਂ ਆਪਣੀਆਂ ਆਦਤਾਂ, ਆਪਣੇ ਹਉਮੈ ਹੰਗਤਾ ਸਾਰੇ ਛੱਡ ਦਾਂਗੇ, ਫਿਰ ਗੁਰਬਾਣੀ ਹੋ ਜਾ। ਮਹਾਰਾਜ ਕਹਿੰਦੇ ਗੁਰਬਾਣੀ ਪੜ੍ਹ, ਗੁਰਬਾਣੀ ਸੁਣ, ਮੈਲ ਗਵਾਏ, ਚਿੱਤ ਦੀ ਮੈਲ ਗਵਾ ਦੇ। ਉਸ ਪਰਮਾਤਮਾ ਨੂੰ, ਰੱਬ ਨੂੰ ਆਪਣੇ ਅੰਦਰ ਦੇਖ, ਫਿਰ ਤੈਨੂੰ ਬਾਹਰ ਵੀ ਦਿਸਣਾ ਲੱਗ ਜਾਏ। ਹੁਣ ਬੰਦਾ ਆਪਣੇ ਅੱਖਾਂ ਤੇ ਐਨਕ ਲਾਉਂਦਾ ਹੈ, ਜੇ ਹਰੀਆਂ ਐਨਕਾਂ ਲੱਗੀਆਂ ਤੇ ਸਾਰਾ ਕੁਝ ਹਰਾ ਹੀ ਦਿਸਣ ਲੱਗ ਜਾਂਦਾ। ਜੇ ਪੀਲੀਆਂ ਐਨਕਾਂ ਲਾਲੀਆਂ, ਪੀਲਾ ਹੀ ਦਿਸਣ ਲੱਗ ਜਾਏਗਾ। ਕਾਲੀਆਂ ਲਾਲੀਆਂ, ਕਾਲਾ ਹੀ ਦਿਸਣ ਲੱਗ ਜਾਏਗਾ। ਤੇ ਜੇ ਐਨਕਾਂ ਲਾ ਕੇ ਰੱਖ ਦਈਏ, ਜਿਹੋ ਜਿਹਾ ਕੁਝ ਹੈ ਉਹੋ ਜਿਹਾ ਦਿਸੇਗਾ ਨਾ। ਜਿਹੋ ਜਿਹਾ ਕੋਈ ਹਰਾ, ਚਿੱਟਾ, ਲਾਲ, ਜਿਹੋ ਜਿਹਾ ਸਾਨੂੰ ਸਾਹਮਣੇ ਹੈ ਉਹੋ ਜਿਹਾ ਦਿਸੇਗਾ। ਸਹੀ ਗੁਰੂ ਸਾਡੇ ਅੱਖਾਂ ਤੋਂ ਹਉਮੈ ਦੀਆਂ, ਵਿਕਾਰਾਂ ਦੀਆਂ ਐਨਕਾਂ ਲਾਉਂਦਾ ਹੈ। ਗੁਰੂ ਕਹਿੰਦਾ ਇਹਨੂੰ ਪਾਸੇ ਕਰਦੇ, ਹੈ ਸਭ ਬ੍ਰਹਮੀ ਹੈ। ਮਹਾਰਾਜ ਕਹਿੰਦੇ ਪਰਮਾਤਮਾ ਹੀ ਹੈ ਸਭ, ਏਕੋ ਹੈ ਰੇ ਭਾਈ, ਏਕੋ ਹੈ ਸਾਹਿਬ ਮੇਰਾ ਏਕੋ। ਉਹ ਇੱਕ ਹੀ ਸਭ ਥਮਾਂ ਤੇ ਸਮਾਇਆ ਹੋਇਆ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਗੁਰੂ ਕਹਿੰਦਾ ਜਿੰਨੇ ਰੂਪ ਰੰਗ ਆਕਾਰ ਨੇ, ਇਹ ਸਾਰੇ ਨਾਸਵੰਤ ਨੇ। ਇੱਕ ਪਰਮਾਤਮਾ ਹੈ ਜੋ ਆਦ ਸੱਚ ਜੁਗਾਦ ਸੱਚ, ਤੂੰ ਉਹਦੇ ਨਾਲ ਮਿਲ ਜਾ। ਬਾਣੀ ਪੜਿਆ ਕਰੋ, ਬਹੁਤ ਸਰਲ ਹੈ। ਕੋਈ ਇੰਗਲਿਸ਼ ਥੋੜੀ ਹੈ, ਸੰਸਕ੍ਰਿਤ ਥੋੜੀ ਹੈ, ਕੋਈ ਪਾਰਸੀ ਭਾਸ਼ਾ ਥੋੜੀ ਹੈ ਜਿਹੜਾ ਸਾਨੂੰ ਸਮਝ ਨਾ ਆਉਂਦਾ ਹੋਵੇ। ਅਸੀਂ ਸੁਣ ਕੇ ਭੁਲਾ ਦਿੰਨੇ ਆ। ਭੁੱਲਦਾ ਕਿਉਂ ਹੈ? ਸਾਡੇ ਅੰਦਰ ਪਕੜ ਨਹੀਂ ਹੈ। ਜਿਸ ਚੀਜ਼ ਦੀ ਸਾਡੇ ਅੰਦਰ ਪਕੜ ਨਾ ਹੋਵੇ, ਸਾਡੇ ਅੰਦਰ ਨਹੀਂ ਟਿਕੇਗਾ। ਕੋਈ ਬੰਦਾ ਡਾਕਟਰੀ ਦੀਆਂ ਗੱਲਾਂ ਕਰੀ ਜਾਂਦਾ, ਸਾਨੂੰ ਪਤਾ ਹੀ ਨਹੀਂ ਲੱਗਣਾ, ਕਿਉਂਕਿ ਡਾਕਟਰੀ ਦੀ ਜਿਹੜੀ ਫਲਸਫਰੀ ਹੈ, ਫਲਸਫਰੀ, ਉਹਦਾ ਸਾਨੂੰ ਗਿਆਨ ਨਹੀਂ ਹੈ। ਕੋਈ ਵਿਗਿਆਨ ਦੀਆਂ ਗੱਲਾਂ ਕਰੇ, ਨਹੀਂ ਸਾਨੂੰ ਸਮਝ ਲੱਗੇਗੀ। ਤਾਂ ਡਾਕਟਰ ਨੂੰ ਡਾਕਟਰ ਸਮਝ ਸਕਦਾ ਹੈ, ਵੈਦ ਨੂੰ ਵੈਦ ਸਮਝ ਸਕਦਾ, ਵਿਗਿਆਨ ਨੂੰ ਉਹ ਸਮਝ ਸਕਦਾ ਜਿਹਨੇ ਵਿਗਿਆਨ ਪੜ੍ਹਿਆ ਹੈ। ਤੂੰ ਗੁਰੂ ਵਾਲਾ ਬਣ ਜਾ, ਗੁਰੂ ਨੂੰ ਸਮਝਣ ਲੱਗ ਜਾਏਗਾ। ਗੁਰੂ ਤੈਨੂੰ ਸਮਝਾ ਦੇ। ਸਾਡਾ ਗੁਰੂ ਬੜਾ ਦਇਆਲੂ ਹੈ। ਇੰਨਾ ਦਇਆਲੂ ਹੈ, ਜਿਵੇਂ ਇੱਕ ਪੁੱਤਰ ਆਪਣੇ ਪਿਤਾ ਦੇ ਨਾਲ ਮੇਲੇ ਵਿੱਚ ਜਾਂਦਾ ਹੈ। ਹੁਣ ਪੁੱਤਰ ਦਾ ਸਰੀਰ ਦਾ ਆਕਾਰ ਛੋਟਾ ਹੈ, ਨਹੀਂ ਦੇਖਿਆ ਜਾਂਦਾ ਮੇਲਾ, ਪਰ ਪਿਓ ਉਹਨੂੰ ਆਪਣੇ ਮੋਢਿਆਂ ਤੇ ਬਿਠਾ ਲੈਂਦਾ ਵੀ ਆਏ ਤੈਨੂੰ ਮੇਲਾ ਦਿਖਾਵਾਂ। ਇਸ ਤਰ੍ਹਾਂ ਹੀ ਇਹ ਸੰਸਾਰ ਹੈ। ਜਦੋਂ ਗੁਰੂ ਦੀ ਸੰਗਤ ਕਰਾਂਗੇ, ਸਾਡਾ ਮਨ ਸੰਸਾਰ ਤੋਂ, ਤਿੰਨਾਂ ਗੁਣਾਂ ਤੋਂ ਉੱਚਾ ਹੋ ਜਾਏਗਾ। ਫਿਰ ਸਾਨੂੰ ਰੱਬ ਦਾ ਰੂਪ ਹੀ ਦਿਸੇਗਾ। ਬਾਣੀ ਪੜ੍ਹਦੇ ਆ ਨਾ, 1 ਘੰਟਾ ਬਾਣੀ ਪੜ੍ਹ ਲਓ, ਕੀਰਤਨ ਸੁਣ ਲਓ, ਮਨ ਟਿਕ ਜਾਂਦਾ ਹੈ।
ਇੱਕ ਮਨ 'ਚ ਰਸ ਬਣ ਜਾਂਦਾ ਹੈ, ਆਨੰਦ ਬਣਦਾ ਹੈ। ਉਹ ਕੀ ਹੈ? ਉਹ ਰਸ, ਉਹ ਆਨੰਦ, ਉਹ ਟਿਕਾ, ਉਹ ਸਾਡੇ ਆਪਣੇ ਕੋਲ ਨਹੀਂ ਹੈ, ਉਹ ਸਾਨੂੰ ਗੁਰੂ ਦਿੰਦਾ ਹੈ ਵੀ ਆਹ ਚੀਜ਼ ਹੈ, ਦੇਖ। ਪਰ ਜੇ ਇੱਥੋਂ ਤੱਕ ਪਹੁੰਚਣਾ ਤੈਨੂੰ ਮਿਹਨਤ ਕਰਨੀ ਪੈਣੀ, ਕੁਝ ਬਣਨਾ ਪੈਣਾ। ਸੋ ਗੁਰਬਾਣੀ ਵਾਲਾ ਜੀਵਨ ਬਣਾਈਏ, ਗੁਰਮਤਿ ਦੇ ਧਾਰਨੀ ਹੋਈਏ, ਮਨ ਮਤ ਤਿਆਗੀਏ। ਬਹੁਤ ਚਾਨਣ ਹੈ, ਮਹਾਰਾਜ ਬਚਨ ਕਰਦੇ ਭਾਈ, ਗੁਰ ਸਿੱਖ ਮਿਲ ਰਹਿ, ਭਜਨ ਸਿਖਾਵੇ ਪੁੱਤਰ ਕੋ, ਹਰ ਭਜ ਬਾਰੰਬਾਰ। ਸਿੱਖ ਸਿੱਖਣੀ ਮਿਲ ਰਹਿ, ਚਰਚਾ ਕਰੇ ਅਪਾਰ। ਇਹ ਗੁਰਮਤਿ ਦਾ ਸਿਧਾਂਤ ਹੈ। ਅਸੀਂ ਆਪਣੇ ਬੱਚਿਆਂ ਨੂੰ, ਅਸੀਂ ਤਾਂ ਆਪ ਬਾਣੀ ਨਹੀਂ ਪੜ੍ਹਦੇ, ਇਤਿਹਾਸ ਨਹੀਂ ਪੜ੍ਹਦੇ, ਆਪਣੇ ਬੱਚਿਆਂ ਨੂੰ ਕੀ ਪੜ੍ਹਾਵਾਂਗੇ? ਪਹਿਲੇ ਬਜ਼ੁਰਗ ਹੁੰਦੇ ਸੀ ਮਾਈਆਂ, ਉਹਨਾਂ ਨੇ ਆਪਣੇ ਬੱਚਿਆਂ ਨੂੰ ਕਥਾ ਕਹਾਣੀਆਂ ਸੁਣਾਉਣੀਆਂ, ਗੁਰੂ ਦੀਆਂ ਸਾਖੀਆਂ ਸੁਣਾਉਣੀਆਂ। ਸਾਡੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਸਾਹਿਬਜ਼ਾਦੇ ਸ਼ਹੀਦੀ ਦਿਹਾੜੇ ਨਾ ਕਰੇ, ਗੁਰੂ ਮਹਾਰਾਜ ਸ਼ਹੀਦੀ ਦਿਹਾੜਾ ਹੈ। ਇਤਿਹਾਸ ਨਹੀਂ ਪਤਾ, ਭੁੱਲ ਗਏ। ਪਰ ਜੇ ਅਸੀਂ ਆਪਣੇ ਬੱਚਿਆਂ ਤੋਂ ਆਰੰਭ ਕਰਾਂਗੇ ਨਾ, ਆਪਣੇ ਤੋਂ ਬੱਚਿਆਂ ਨੂੰ ਕਿਵੇਂ ਸਿਖਾ ਸਕਦੇ ਹਾਂ? ਆਪਣੇ ਤੋਂ ਆਰੰਭ ਕਰੋ। ਕੇਵਲ ਗਿਆਨ ਵੰਡਿਆ ਗਿਆਨ ਵੱਧਦਾ ਨਹੀਂ ਹੈ, ਗਿਆਨ ਨੂੰ ਅਮਲੀ ਰੂਪ ਦਿਓ। ਆਪ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋ, ਆਪ ਹੱਥ 'ਚ ਗੁਟਕਾ ਸਾਹਿਬ ਫੜ ਕੇ ਬਾਣੀ ਪੜ੍ਹੋ, ਗੁਰਦੁਆਰੇ ਆਉਣਾ ਸ਼ੁਰੂ ਕਰੋ, ਚੰਗੇ ਕਰਮ ਕਰੋ, ਬੱਚੇ ਤੁਹਾਨੂੰ ਦੇਖ ਕੇ ਸਿੱਖ ਜਾਣਗੇ। ਅਸੀਂ ਤਾਂ ਹੱਥ 'ਚੋਂ ਮੋਬਾਈਲ ਨਹੀਂ ਛੱਡਦੇ, ਬੱਚਿਆਂ ਨੇ ਕੀ ਛੱਡਣੇ? ਇਹੀ ਹੈ ਨਾ। ਸੋ ਆਪਣਾ ਜੀਵਨ ਗੁਰੂ ਵਾਲਾ, ਗੁਰਮਤਿ ਵਾਲਾ ਬਣਾਈਏ, ਗੁਰਮਤਿ ਦੇ ਰਾਹ ਤੇ ਚੱਲੀਏ, ਆਪ ਵੀ ਸੁਖੀ ਹੋਵਾਂਗੇ, ਸਾਡੇ ਪਰਿਵਾਰ ਆਪੇ ਸੁਖੀ ਹੋ ਜਾਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਗੁਰਬਾਣੀ ਵਾਲਾ, ਗੁਰਮਤਿ ਵਾਲਾ ਜੀਵਨ ਬਖਸ਼ਣ। ਸਭ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸੋ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।